हेलो डियर स्टूडेंट्स, वेलकम बैक टू माय यूट्यूब चैनल। सो बच्चे असी क्लास +1 ਦਾ यूनिट 6 जो आ ग्रेविटेशनल चैप्टर है बच्चे ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਸੋ ਐਕਚੁਅਲੀ ਦਿਸ ਇਜ਼ ਦਾ ਫਰਸਟ ਲੈਕਚਰ, ਇਹ ਸਾਡਾ ਫਰਸਟ ਲੈਕਚਰ ਹੈ। ਸੋ ਫਰਸਟ ਲੈਕਚਰ ਦੇ ਵਿੱਚ ਬੱਚੇ ਅਸੀਂ ਗ੍ਰੈਵਿਟੇਸ਼ਨ ਦੀ ਡੈਫੀਨੇਸ਼ਨ ਤੋਂ ਸਟਾਰਟ ਕਰਦੇ ਹਾਂ। ਐਵਰੀ ਬੋਡੀ ਅਟਰੈਕਟ ਐਵਰੀ ਅਦਰ ਬੋਡੀ ਇਨ ਦਿਸ ਯੂਨੀਵਰਸ ਵਿਦ ਅ ਫੋਰਸ ਇਜ਼ ਕਾਲਡ ਫੋਰਸ ਆਫ ਗ੍ਰੈਵਿਟੇਸ਼ਨ। Hence, force of attraction between any two bodies in the universe is gravitation. ਸੋ ਅਸੀਂ ਹੁਣੇ ਪੜ੍ਹ ਕੇ ਹਟਿਆ ਕਿ ਹਰ ਇੱਕ ਬੋਡੀ, ਐਵਰੀ ਬੋਡੀ, ਧਰਤੀ 'ਤੇ ਕੋਈ ਵੀ ਬੋਡੀ ਹੋਵੇ ਅਟਰੈਕਟ ਕਰਦਾ ਆ ਐਵਰੀ ਅਦਰ ਬੋਡੀ ਇਨ ਦ ਯੂਨੀਵਰਸ। ਪੂਰੀ ਯੂਨੀਵਰਸ ਦੇ ਵਿੱਚ ਜਿਹੜੀ ਇੱਕ ਬੋਡੀ ਆ ਦੂਸਰੀ ਬੋਡੀ ਨੂੰ ਅਟਰੈਕਟ ਕਰਦੀ ਹੋਏਗੀ ਪਰਟੀਕੂਲਰ ਫੋਰਸ ਦੇ ਨਾਲ। ਦੈਟ ਫੋਰਸ ਇਜ਼ ਨੋਨ ਐਜ਼ ਅ ਫੋਰਸ ਆਫ ਗ੍ਰੈਵਿਟੇਸ਼ਨ। ਇੰਨੀ ਚੀਜ਼ ਕਲੀਅਰ ਹੋ ਗਈ। ਸੋ ਅਸੀਂ ਐਗਜ਼ਾਮਪਲ ਸਮਝਦੇ ਹਾਂ। ਫੋਰਸ ਆਫ ਅਟਰੈਕਸ਼ਨ ਬਿਟਵੀਨ ਦ ਸਨ ਐਂਡ ਦ ਅਰਥ। ਅਸੀਂ ਹੁਣ ਫੋਰਸ ਆਫ ਅਟਰੈਕਸ਼ਨ ਬੱਚੇ ਯੂਨੀਵਰਸ ਦੇ ਵਿੱਚ ਕਿਹਦੇ ਵਿਚਕਾਰ ਦੇਖ ਸਕਦੇ ਹਾਂ? ਆਪਣੀ ਸਨ ਔਰ ਅਰਥ ਦੇ ਵਿਚਕਾਰ ਫੋਰਸ ਆਫ ਗ੍ਰੈਵਿਟੇਸ਼ਨ ਦੇਖ ਸਕਦੇ ਹਾਂ। ਦੈਨ ਫੋਰਸ ਬਿਟਵੀਨ ਟੇਬਲ ਐਂਡ ਅ ਚੇਅਰ ਇਨ ਦ ਰੂਮ। ਸਾਡੇ ਰੂਮ ਦੇ ਅੰਦਰ ਅਗਰ ਕੋਈ ਚੇਅਰਸ ਪਈਆਂ ਅਸੀਂ ਉਹਨਾਂ ਦੇ ਵਿੱਚ ਵੀ ਦੇਖ ਸਕਦੇ ਹਾਂ। ਸੋ ਬੱਚੇ ਕੋਈ ਵੀ ਆਬਜੈਕਟ ਜਿਹੜਾ ਤੁਹਾਨੂੰ ਤੁਹਾਡੀ ਅੱਖਾਂ ਦੇ ਸਾਹਮਣੇ ਦਿਖ ਰਿਹਾ ਆ, ਤੁਹਾਡੇ ਰੂਮ ਦੇ ਅੰਦਰ ਚੇਅਰਸ ਆ, ਬੈੱਡ ਆ, ਹੋ ਸਕਦਾ ਤੁਸੀਂ ਕਲਾਸ ਦੇ ਅੰਦਰ ਬੈਠੇ ਆ ਜਾਂ ਤੁਸੀਂ ਆਪਣੇ ਘਰ ਦੇ ਅੰਦਰ ਬੈਠੇ ਆ ਜਾਂ ਟਿਊਸ਼ਨ ਸੈਂਟਰ 'ਤੇ ਬੈਠੇ ਆ, ਕਿਤੇ ਵੀ ਕੋਈ ਵੀ ਆਬਜੈਕਟ ਜਿਹੜੇ ਤੁਹਾਨੂੰ ਦਿਖ ਰਹੇ ਆ ਧਰਤੀ ਦੇ ਉੱਪਰ, ਤਾਂ ਦੋ ਆਬਜੈਕਟ ਇੱਕ ਦੂਸਰੇ ਨੂੰ ਅਟਰੈਕਟ ਕਰਦੇ ਹੋਣਗੇ, ਬਟ ਉਹ ਅਟਰੈਕਸ਼ਨ ਫੋਰਸ ਇੰਨੀ ਜ਼ਿਆਦਾ ਲੋ ਹੁੰਦੀ ਆ ਕਿ ਇੱਕ ਦੂਸਰੇ ਨੂੰ ਆਪਣੇ ਵੱਲ ਖਿੱਚ ਨਹੀਂ ਪਾਉਂਦੇ। ਅਦਰਵਾਈਜ਼ ਉਹ ਨਾ ਮਾਤਰ ਨਿਗਲੀਜੀਬਲ ਜਿਹੜਾ ਆ ਅਟਰੈਕਸ਼ਨ ਹੁੰਦੀ ਆ। ਗ੍ਰੈਵਿਟੇਸ਼ਨ ਫੋਰਸ ਇਜ਼ ਦ ਵੀਕੈਸਟ ਫੋਰਸ ਇਨ ਦ ਨੇਚਰ। ਸਾਡੀ ਨੇਚਰ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਵੀਕੈਸਟ ਫੋਰਸ ਆ ਦੈਟ ਇਜ਼ ਦ ਗ੍ਰੈਵਿਟੇਸ਼ਨਲ ਫੋਰਸ। even then it is the most important force as it plays an important role ਜਦ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਿਹਦੇ ਵਿੱਚ? ਦ ਬਰਥ ਆਫ ਦ ਸਟਾਰ। ਜਦੋਂ ਬੱਚੇ ਸਟਾਰਸ ਦਾ ਬਰਥ ਹੋਇਆ ਸੀ ਉਹਦੇ ਅੰਦਰ ਜਿਹੜੀ ਗ੍ਰੈਵਿਟੇਸ਼ਨ ਫੋਰਸ ਆ ਇਹ ਸਭ ਤੋਂ ਜ਼ਿਆਦਾ ਮੋਸਟ ਇੰਪੋਰਟੈਂਟ ਰਹੀ ਆ ਉਹਦੇ ਵਿੱਚ। ਆਲਸੋ ਕੰਟਰੋਲਿੰਗ ਦ ਸਟਰਕਚਰ ਐਂਡ ਇਵੈਲੂਏਸ਼ਨ ਆਫ ਇੰਟਾਇਰ ਯੂਨੀਵਰਸ। ਸੋ ਬੱਚੇ ਕੰਟਰੋਲ ਕੀਤਾ ਗਿਆ ਸਟਰਕਚਰਸ ਨੂੰ, ਜਿਹੜੇ ਐਟਮ ਦੇ ਸਟਰਕਚਰਸ ਹੁੰਦੇ ਐਕਸੈਕਟਰਾ। ਸੋ ਉਹਨਾਂ ਦੇ ਵਿੱਚ ਵੀ ਜਿਹੜੀ ਗ੍ਰੈਵਿਟੇਸ਼ਨ ਫੋਰਸ ਜਿਹੜੀ ਆ ਉਹ ਬਹੁਤ ਜ਼ਿਆਦਾ ਕੰਮ ਆਈ ਸੀਗੀ। ਕਲੀਅਰ ਹੋ ਗਿਆ ਜੀ। ਸੋ ਇਹ ਸੀ ਸਾਡੀ ਗ੍ਰੈਵਿਟੇਸ਼ਨ ਦੇ ਬਾਰੇ। ਸੋ ਗ੍ਰੈਵਿਟੇਸ਼ਨ ਬੱਚੇ ਕਲੀਅਰ ਹੋ ਗਿਆ। ਕਿਸੇ ਵੀ ਧਰਤੀ ਦੇ ਉੱਪਰ ਕਿਸੇ ਵੀ ਦੋ ਬੋਡੀਜ਼ ਦੇ ਵਿਚਕਾਰ ਜੋ ਯੂਨੀਵਰਸਲ ਫੋਰਸ ਲੱਗ ਰਹੀ ਹੈ ਦੈਟ ਫੋਰਸ ਇਜ਼ ਨੋਨ ਐਜ਼ ਅ ਗ੍ਰੈਵਿਟੇਸ਼ਨ। ਸੋ ਬੱਚੇ ਗ੍ਰੈਵਿਟੇਸ਼ਨ ਤੋਂ ਹੀ ਨੈਕਸਟ ਵਰਡ ਬਣਿਆ ਗ੍ਰੈਵਿਟੀ। Now what is gravity? Gravity is the force of attraction exerted by earth on any body towards the center of earth। ਜਦੋਂ ਧਰਤੀ ਦੇ ਬਿਲਕੁਲ ਸੈਂਟਰ ਵੱਲ ਕੋਈ ਫੋਰਸ ਜਿਹੜੀ ਹੈ ਐਗਜ਼ਰਟ ਕਰਦੀ ਆ that force is known as a gravity। ਸੋ ਮੰਨ ਲਓ ਬੱਚੇ ਆਹ ਧਰਤੀ ਆ ਧਰਤੀ ਦੇ ਤੁਸੀਂ ਉੱਪਰ ਖੜੇ ਆ ਤਾਂ ਸੈਂਟਰ ਵੱਲ ਕੋਈ ਨਾ ਕੋਈ ਫੋਰਸ ਲੱਗ ਰਹੀ ਹੋਏਗੀ। ਸੈਂਟਰ ਵੱਲ ਜੋ ਫੋਰਸ ਲੱਗਦੀ ਆ ਉਹਨੂੰ ਅਸੀਂ ਕਿਹੜੀ ਫੋਰਸ ਬੋਲਦੇ ਆ? ਗ੍ਰੈਵਿਟੀ। It is a special case of gravitation and is called gravitational pull। ਸੋ ਇਹਨੂੰ ਅਸੀਂ gravitation pull ਵੀ ਕਹਿ ਦਿੰਦੇ ਹਾਂ। For example, force of attraction between two bodies on the earth's surface is the force of gravitation, but the force of attraction between the each body and the earth is a force of gravity। ਧਿਆਨ ਨਾਲ ਸਮਝ ਲਓ ਬੱਚੇ। ਉਹਨਾਂ ਨੇ ਕਿਹਾ ਫੋਰਸ ਆਫ ਅਟਰੈਕਸ਼ਨ ਬਿਟਵੀਨ ਟੂ ਬੋਡੀਜ਼ ਔਨ ਦਾ ਅਰਥ। ਧਰਤੀ ਉੱਪਰ ਵੀ ਕਿਸੇ ਵੀ ਦੋ ਬੋਡੀਜ਼ ਦੀ ਅਗਰ ਗੱਲ ਅਸੀਂ ਕਰਦੇ ਹਾਂ ਇਜ਼ ਦ ਫੋਰਸ ਆਫ ਗ੍ਰੈਵਿਟੇਸ਼ਨ। ਉਹਨਾਂ ਨੂੰ ਅਸੀਂ ਗ੍ਰੈਵਿਟੇਸ਼ਨ ਕਹਿੰਦੇ ਹਾਂ। ਬਟ ਦ ਫੋਰਸ ਆਫ ਅਟਰੈਕਸ਼ਨ ਬਿਟਵੀਨ ਦ ਈਚ ਬੋਡੀ ਐਂਡ ਅਰਥ ਇਜ਼ ਅ ਫੋਰਸ ਆਫ ਗ੍ਰੈਵਿਟੀ। ਐਕਚੁਅਲ ਦੇ ਵਿੱਚ ਉਹ ਕਿਹੜੀ ਫੋਰਸ ਹੁੰਦੀ ਆ? ਗ੍ਰੈਵਿਟੀ ਦੀ ਫੋਰਸ ਹੁੰਦੀ ਆ, ਉਹਨੂੰ ਅਸੀਂ ਗ੍ਰੈਵਿਟੇਸ਼ਨ ਬੋਲ ਦਿੰਦੇ ਹਾਂ। ਠੀਕ ਹੈ। ਨੈਕਸਟ ਪੜ੍ਹੋ। ਫੋਰਸ ਆਫ ਗ੍ਰੈਵਿਟੀ ਐਕਟਿੰਗ ਔਨ ਅ ਬੋਡੀ ਇਜ਼ ਦ ਮੈਜਰਿੰਗ ਆਫ ਅ ਵੇਟ ਆਫ ਅ ਬੋਡੀ। ਐਕਚੁਅਲ ਦੇ ਵਿੱਚ ਜੋ ਅਸੀਂ ਫੋਰਸ ਆਫ ਗ੍ਰੈਵਿਟੇਸ਼ਨ ਕਹਿੰਦੇ ਆ ਵੀ ਕਿਸੇ ਬੋਡੀ ਦੇ ਉੱਪਰ ਐਕਟ ਕਰ ਰਹੀ ਆ, ਐਕਚੁਅਲ ਦੇ ਵਿੱਚ ਅਸੀਂ ਮੈਜਰ ਕੀ ਕਰ ਰਹੇ ਹੁੰਦੇ ਹਾਂ ਉਸ ਟਾਈਮ? ਉਸ ਬੋਡੀ ਦਾ ਵੇਟ ਮੈਜਰ ਕਰ ਰਹੇ ਹੁੰਦੇ ਹਾਂ। ਸੋ ਵੇਟ ਆਫ ਅ ਬੋਡੀ ਇਜ਼ ਦ ਫੋਰਸ ਆਫ ਅਟਰੈਕਸ਼ਨ exerted by the earth on any body towards its center। ਐਕਚੁਅਲ ਦੇ ਵਿੱਚ ਵੇਟ ਹੁੰਦਾ ਕੀ ਆ ਬੱਚੇ? ਤੁਸੀਂ ਵੇਟ ਸੁਣਿਆ ਹੋਏਗਾ। ਅਸੀਂ ਬੋਲਦੇ ਹਾਂ ਵੇਟ ਕਿਹਦੇ ਇਕੁਅਲ ਆ? ਮਾਸ ਇਨਟੂ ਗ੍ਰੈਵਿਟੀ ਦੇ। ਸੋ ਆਹ ਚੀਜ਼ਾਂ ਬੱਚੇ ਲਿਖ ਲਓ ਆਪਣੀ ਕਾਪੀ ਦੇ ਉੱਪਰ। ਇਫ ਅ ਬੋਡੀ ਆਫ ਮਾਸ m is placed on the surface of earth where acceleration due to gravity is g, ਸੋ ਗ੍ਰੈਵਿਟੇਸ਼ਨ ਪੁੱਲ ਜਾਂ ਵੇਟ ਕਿਹਦੇ ਇਕੁਅਲ ਹੋਏਗਾ? mg ਦੇ। w ਬੱਚੇ ਕੀ ਆ? ਵੇਟ। m ਮਤਲਬ ਮਾਸ, ਜੋ ਐਕਚੁਅਲ ਮਾਸ ਆ। ਮੰਨ ਲਓ ਤੁਹਾਡੀ ਜੋ ਬੋਡੀ ਆ, ਆਪਣੀ ਬੋਡੀ ਦੇ ਵਿੱਚ ਬੱਚੇ ਸਾਡੇ ਇੰਟਰਨਲ ਪਾਰਟਸ ਆ, ਸਾਡੇ ਹੱਥ ਆ, ਪੈਰ ਆ, ਸਾਡੀ ਬੋਡੀ ਦੇ ਉੱਪਰ ਹੱਡੀਆਂ ਆ। ਸੋ ਇਹਦਾ ਪਰਟੀਕੂਲਰ ਆਪਣਾ ਕੋਈ ਭਾਰ ਹੋਏਗਾ ਜਿਹਨੂੰ ਅਸੀਂ ਕੀ ਬੋਲਦੇ ਹਾਂ?
ਮਾਸ। ਹੁਣ ਧਰਤੀ ਦੀ ਗ੍ਰੈਵਿਟੀ ਆ, ਧਰਤੀ ਬੱਚੇ ਆਪਣੇ ਵੱਲ ਹਰ ਇੱਕ ਚੀਜ਼ ਨੂੰ ਖਿੱਚਦੀ ਆ ਤਾਂ ਕਿਸੇ ਫੋਰਸ ਦੇ ਨਾਲ ਖਿੱਚਦੀ ਆ। ਸੋ ਉਹ ਫੋਰਸ ਕਿੰਨੀ ਆ 9.8, ਜਿਹਨੂੰ ਅਸੀਂ ਗ੍ਰੈਵੀਟੇਸ਼ਨਲ ਫੋਰਸ ਬੋਲ ਦਿੰਦੇ ਆ। ਕਲੀਅਰ ਹੋ ਗਈ। ਜਦੋਂ ਬੱਚੇ ਅਸੀਂ ਐਕਚੁਅਲ ਮਾਸ ਨੂੰ 9.8 ਨੂੰ ਰਾਊਂਡ ਆਫ ਕਰ ਲਓ ਤਾਂ 10 ਲਿਖ ਲਓ। ਮੰਨ ਲਓ ਤੁਹਾਡਾ ਜਿਹੜਾ ਐਕਚੁਅਲ ਤੁਹਾਡੀ ਬੋਡੀ ਦਾ ਭਾਰ ਆ ਉਹ 4 ਕਿਲੋ ਆ ਐਕਚੁਅਲ। ਸੋ 4 ਨੂੰ ਜਦੋਂ 10 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਅਸੀਂ ਕਹਾਂਗੇ ਕਿ 40 kg ਸਾਡਾ ਭਾਰ ਆ। ਹੁਣ ਆਪਣਾ ਭਾਰ ਦੇਖ ਲਓ ਬੱਚੇ, ਭਾਰ ਤੋਂ ਹੀ ਤੁਹਾਡਾ ਸੋ ਐਕਚੁਅਲ ਉਹ ਤੁਹਾਡਾ ਭਾਰ ਹੋਏਗਾ। ਕਲੀਅਰ ਹੋ ਗਿਆ ਜੀ ਬੱਚੇ, ਕਨਸੈਪਟ ਕਲੀਅਰ ਹੋ ਗਿਆ। ਗ੍ਰੈਵਿਟੀ ਕੀ ਆ, ਗ੍ਰੈਵੀਟੇਸ਼ਨਲ ਕੀ ਆ, ਔਰ ਵੇਟ ਕੀ ਆ ਤੇ ਮਾਸ ਕੀ ਆ। ਕਲੀਅਰ ਹੋ ਗਿਆ ਜੀ। ਵੇਟ ਅਲੱਗ ਚੀਜ਼ ਆ ਤੇ ਮਾਸ ਅਲੱਗ ਚੀਜ਼ ਆ। ਹੁਣ ਤੁਸੀਂ ਫਿਜ਼ਿਕਸ ਦੇ ਸਟੂਡੈਂਟ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਮਾਸ ਕੀ ਚੀਜ਼ ਆ ਤੇ ਵੇਟ ਕੀ ਚੀਜ਼ ਆ। ਨੈਕਸਟ ਇਜ਼ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਹੁਣ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਕੀ ਚੀਜ਼ ਆ, ਜਿਹੜੀ ਬੱਚੇ ਅਸੀਂ ਹੁਣੇ ਪੜ੍ਹ ਕੇ ਹਟੇ ਹਾਂ। W = mg। ਜੀ ਦਾ ਮਤਲਬ ਕੀ ਹੈ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਹੁਣ ਇਹ ਐਕਚੁਅਲ ਦੇ ਵਿੱਚ ਹੈ ਕੀ ਆ, ਵੈਨ ਅ ਬੋਡੀ ਫਾਲਸ ਟੂਵਰਡਸ ਅ ਸਰਫੇਸ ਆਫ ਅਰਥ ਇਟਸ ਵੈਲੋਸਿਟੀ ਕੰਟੀਨਿਊਸਲੀ ਇਨਕਰੀਜ਼ਿਸ ਐਂਡ ਹੈਂਸ ਐਕਸਲਰੇਸ਼ਨ ਇਜ਼ ਪ੍ਰੋਡਿਊਸਡ। ਕਹਿੰਦੇ ਅਗਰ ਕੋਈ ਬੋਡੀ ਫਰੀਲੀ ਫਾਲ ਕਰਦੀ ਆ ਟੂਵਰਡਸ ਸਰਫੇਸ ਆਫ ਅਰਥ, ਸਰਫੇਸ ਆਫ ਅਰਥ ਵੱਲ, ਟੂਵਰਡਸ ਮਤਲਬ ਉਹਦੇ ਵੱਲ ਕੋਈ ਚੀਜ਼ ਗਿਰ ਰਹੀ ਆ, ਇਟਸ ਵੈਲੋਸਿਟੀ ਕੰਟੀਨਿਊਸਲੀ ਇਨਕਰੀਜ਼, ਤਾਂ ਉਹਦੀ ਵੈਲੋਸਿਟੀ ਲਗਾਤਾਰ ਇਨਕਰੀਜ਼ ਵੱਧਦੀ ਜਾਏਗੀ। ਐਂਡ ਹੈਂਸ ਐਕਸਲਰੇਸ਼ਨ ਇਜ਼ ਪ੍ਰੋਡਿਊਸਡ ਇਨ ਬੋਡੀ, ਤਾਂ ਉਸ ਬੋਡੀ ਦੇ ਅੰਦਰ ਇੱਕ ਐਕਸਲਰੇਸ਼ਨ ਬਣ ਜਾਏਗੀ, ਪ੍ਰੋਡਿਊਸ ਹੋ ਜਾਏਗੀ। ਉਸ ਐਕਸਲਰੇਸ਼ਨ ਨੂੰ ਅਸੀਂ ਕੀ ਬੋਲਾਂਗੇ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਹੁਣ ਮੰਨ ਲਓ ਬੱਚੇ ਤੁਸੀਂ ਹੈਲੀਕਾਪਟਰ ਦੇ ਵਿੱਚ ਜਾ ਰਹੇ ਸੀਗੇ, ਤੁਸੀਂ ਪੈਰਾਸ਼ੂਟ ਲਿੱਤਾ ਔਰ ਉੱਥੋਂ ਛਾਲ ਲਗਾ ਦਿੱਤੀ। ਹੁਣ ਉਸ ਬੋਡੀ ਦੇ ਵਿੱਚ ਜਦੋਂ ਕੋਈ ਪਰਸਨ ਬੱਚੇ ਉੱਪਰੋਂ ਛਾਲ ਲਗਾਉਂਦਾ ਹੋਇਆ ਨੀਚੇ ਨੂੰ ਆ ਰਿਹਾ ਆ, ਕੋਈ ਬੋਡੀ ਉੱਪਰੋਂ ਨੀਚੇ ਵੱਲ ਗਿਰ ਰਹੀ ਆ, ਇਹਦਾ ਮਤਲਬ ਉਹਦੀ ਕੋਈ ਨਾ ਕੋਈ ਵੈਲੋਸਿਟੀ ਹੋਏਗੀ। ਇਹਦਾ ਮਤਲਬ ਵੈਲੋਸਿਟੀ ਕੰਟੀਨਿਊਸਲੀ ਕੀ ਹੋਏਗੀ, ਇਨਕਰੀਜ਼ ਹੋਏਗੀ। ਤਾਂ ਉਸ ਬੋਡੀ ਦੇ ਅੰਦਰ ਕੀ ਪ੍ਰੋਡਿਊਸ ਹੋ ਜਾਏਗਾ, ਐਕਸਲਰੇਸ਼ਨ ਪ੍ਰੋਡਿਊਸ ਹੋ ਜਾਏਗਾ। ਉਸ ਐਕਸਲਰੇਸ਼ਨ ਨੂੰ ਅਸੀਂ ਕੀ ਬੋਲਦੇ ਹਾਂ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਸੋ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਇਜ਼ ਦ ਐਕਸਲਰੇਸ਼ਨ ਪ੍ਰੋਡਿਊਸਡ in the body falling freely under the gravitation pull of earth। ਸੋ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਨੂੰ ਹੋਰ ਕੀ ਕਹਿ ਦਿੰਦੇ ਆ, ਕਹਿੰਦੇ ਐਕਸਲਰੇਸ਼ਨ ਪ੍ਰੋਡਿਊਸ ਹੋ ਜਾਂਦੀ ਆ ਕਿਸੇ ਬੋਡੀ ਦੇ ਅੰਦਰ ਜਦੋਂ ਫਰੀਲੀ ਫਾਲ ਕਰੇਗੀ ਗ੍ਰੈਵਿਟੇਸ਼ਨ ਪੁੱਲ ਆਫ ਅਰਥ ਦੇ ਨਾਲ। ਕਲੀਅਰ ਹੋ ਗਈ ਜੀ ਡੈਫੀਨੇਸ਼ਨ। ਨੈਕਸਟ ਦੇਖੋ, ਜਿਹੜਾ ਬੱਚੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਉਹਨੂੰ ਸਮਾਲ ਜੀ ਦੇ ਨਾਲ ਡਿਨੋਟ ਕੀਤਾ ਜਾਂਦਾ ਆ। ਸੋ SI ਯੂਨਿਟ ਜਿਹੜੇ ਆ ਦੈਟ ਇਜ਼ 9.8 ਮੀਟਰ ਪਰ ਸੈਕਿੰਡ ਸਕੁਅਰ। ਵੈਲਿਊ ਨੂੰ ਅੱਛੇ ਤਰੀਕੇ ਨਾਲ ਦਿਮਾਗ ਦੇ ਅੰਦਰ ਬਿਠਾ ਲਓ, ਯਾਦ ਕਰ ਲਓ, ਇਹ ਨਿਊਮੈਰੀਕਲਸ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਏਗੀ। ਸਮਟਾਈਮ ਗਿਵਨ ਹੋ ਸਕਦੀ ਆ ਬਟ ਮੋਸਟਲੀ ਗਿਵਨ ਨਹੀਂ ਹੁੰਦੀ। ਸੋ ਤੁਹਾਨੂੰ ਵੈਲਿਊ ਜਿਹੜੀ ਲਰਨ ਹੋਣੀ ਚਾਹੀਦੀ ਆ, ਸਮਾਲ ਜੀ ਦੀ ਵੈਲਿਊ ਕਿੰਨੀ ਆ 9.8। ਇਟ ਇਜ਼ ਅ ਵੈਕਟਰ ਹੈਵਿੰਗ ਅ ਡਾਇਰੈਕਸ਼ਨ ਟੂਵਰਡਸ ਦ ਸੈਂਟਰ ਆਫ ਅਰਥ G। ਸੋ ਇਟ ਇਜ਼ ਅ ਵੈਕਟਰ ਕੁਆਂਟਿਟੀ and it is independent of shape, size, mass of a body। The acceleration, the value of acceleration due to gravity changes with height। ਜੇ height ਬੱਚੇ ਚੇਂਜ ਹੋਏਗੀ ਤਾਂ acceleration due to gravity ਚੇਂਜ ਹੋ ਜਾਏਗੀ ਡੈਫਥ, ਰੋਟੇਸ਼ਨ ਦੇ ਨਾਲ, ਸ਼ੇਪ ਆਫ ਦਾ ਬੋਡੀ ਦੇ ਨਾਲ। ਸੋ ਬੱਚੇ ਲਾਸਟ ਵਾਲੀ ਲਾਈਨ ਬਹੁਤ ਅੱਛੀ ਤਰੀਕੇ ਨਾਲ ਲਰਨ ਕਰ ਲੈਣਾ। ਐਕਚੁਅਲੀ ਇਹ MCQs ਦੇ ਵਿੱਚ ਪੁੱਛਿਆ ਜਾ ਸਕਦਾ, ਟਰੂ ਫਾਲ ਦੇ ਵਿੱਚ ਪੁੱਛਿਆ ਜਾ ਸਕਦਾ, ਤੇ ਤੁਹਾਡੀ ਫਿਲਿੰਗ ਦਾ ਬਲੈਂਕ ਦੇ ਵਿੱਚ ਵੀ ਇਹ ਕੁਐਸਚਨ ਪੁੱਛਿਆ ਜਾ ਸਕਦਾ ਕਿ ਕਦੋਂ ਤੁਹਾਡੀ ਜਿਹੜੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਇਨਕਰੀਜ਼ ਹੁੰਦੀ ਆ, ਕਦੋਂ ਡਿਕਰੀਜ਼ ਹੁੰਦੀ ਆ। ਐਂਡ ਦ ਨੈਕਸਟ ਟੋਪਿਕ ਇਜ਼ ਫਰੀ ਫਾਲ। ਹੁਣ ਅਸੀਂ ਹੁਣੇ ਪੜ੍ਹ ਕੇ ਹਟੇ ਹਾਂ, ਵੈਨ ਅ ਬੋਡੀ ਫਾਲਸ ਫਰੀਲੀ, ਜਦੋਂ ਅਸੀਂ ਕਿਸੇ ਬੋਡੀ ਨੂੰ ਉੱਪਰੋਂ ਸੁੱਟਦੇ ਹਾਂ। ਫਰੀ ਫਾਲ ਵਰਡ ਤੁਸੀਂ ਸੁਣਿਆ ਹੋਣਾ। ਹੁਣ ਐਕਚੁਅਲ ਦੇ ਵਿੱਚ ਫਰੀ ਫਾਲ ਕੀ ਚੀਜ਼ ਹੈ, ਦ ਮੋਸ਼ਨ ਆਫ ਅ ਬੋਡੀ ਅੰਡਰ ਦ ਇਨਫਲੂਐਂਸ ਆਫ ਗ੍ਰੈਵਿਟੀ ਅਲੋਨ। ਅਲੋਨ ਮਤਲਬ ਜਦੋਂ ਸਿਰਫ ਔਰ ਸਿਰਫ ਧਰਤੀ ਦੀ ਗ੍ਰੈਵਿਟੀ ਕਰਕੇ ਕੋਈ ਚੀਜ਼ ਥੱਲੇ ਵੱਲ ਨੂੰ ਗਿਰਦੀ ਹੋਵੇ, ਅਸੀਂ ਉਹਨੂੰ ਕੀ ਬੋਲ ਦਿੰਦੇ ਹਾਂ, ਫਰੀ ਫਾਲ। ਇਫ ਏਅਰ friction is negligible मतलब ना मात्र, then the body falls in a air is a free fall। The motion of a small heavy body in air is considered as a free fall। ਕਹਿੰਦੇ ਅਗਰ ਅਸੀਂ motion count ਕਰਦੇ ਹਾਂ, motion of a small heavy body, ਕਿਸੇ small ਕੋਈ ਬੋਡੀ ਸਮੋਲ ਹੈ ਬਟ ਉਹਦਾ ਮਾਸ ਹੈਵੀ ਆ। ਫੋਰ ਐਗਜ਼ਾਮਪਲ ਜੇ ਅਸੀਂ ਵੀ ਬੱਚੇ ਐਰੋਪਲੇਨ ਤੋਂ ਕੁੱਦਾਂਗੇ, ਹੈਲੀਕਾਪਟਰ ਤੋਂ ਕੁੱਦਾਂਗੇ, ਤਾਂ ਸਾਡਾ ਬੋਡੀ ਦੇਖਣ 'ਚ ਐਜ਼ ਕੰਪੈਰੇਟਿਵ ਟੂ ਅਰਥ ਜਾਂ ਸਪੇਸ ਜਿਹੜਾ ਆ ਮਾਸ ਛੋਟਾ ਆ, ਜਾਂ ਐਰੋਪਲੇਨ ਵੀ ਕਰੈਸ਼ ਹੋਏਗਾ ਤਾਂ ਦੇਖਣ ਵਿੱਚੋਂ ਘੱਟ ਲੱਗੇਗਾ ਬਟ ਉਹ ਹੈਵੀ ਬੋਡੀ ਹੀ ਹੋਏਗਾ। ਇਨ ਏਅਰ ਇਜ਼ ਕੰਸੀਡਰਡ ਐਜ਼ ਅ ਫਰੀ ਫਾਲ, ਤਾਂ ਅਸੀਂ ਉਹਨੂੰ ਕੋਈ ਕਹਾਂਗੇ ਫਰੀ ਫਾਲ।
मतलब कि कोई स्पीड ਦੇ ਨਾਲ ਨਹੀਂ ਗਿਰ ਰਿਹਾ, ਜਿੰਨੀ ਧਰਤੀ ਉਹਨੂੰ ਆਪਣੇ ਵੱਲ ਖਿੱਚ ਰਹੀ ਆ ਉਨੀ ਸਪੀਡ ਦੇ ਨਾਲ ਹੀ ਕੋਈ ਚੀਜ਼ ਨੀਚੇ ਵੱਲ ਗਿਰ ਰਹੀ ਆ। ਬਿਕੋਜ਼ ਇਨ ਦਿਸ ਸਿਚੁਏਸ਼ਨ, ਇੱਦਾਂ ਦੀ ਸਿਚੁਏਸ਼ਨ ਦੇ ਅੰਦਰ ਏਅਰ ਰੈਜ਼ਿਸਟੈਂਸ ਇਜ਼ ਵੈਰੀ ਸਮੋਲ। ਏਅਰ ਰੈਜ਼ਿਸਟੈਂਸ ਮਤਲਬ ਹਵਾ ਦੀ ਰੋਕਣ ਦੀ ਕਪੈਸਿਟੀ ਜਿਹੜੀ ਆ ਖਤਮ ਹੋ ਜਾਂਦੀ ਆ, ਨਾ ਬਰਾਬਰ ਹੋ ਜਾਂਦੀ ਆ। ਰੈਜ਼ਿਸਟੈਂਸ ਹੁੰਦਾ ਬੱਚੇ ਕਿਸੇ ਨੂੰ ਰੋਕਣ ਦੀ ਕਪੈਸਿਟੀ। ਐਕਚੁਅਲੀ ਅ ਬੋਡੀ ਫਾਲਸ ਫਰੀਲੀ ਇਨ ਓਨਲੀ ਇਨ ਅ ਵੈਕਿਊਮ। ਐਕਚੁਅਲ ਦੇ ਵਿੱਚ ਜਦੋਂ ਅਸੀਂ ਫਰੀਲੀ ਫਾਲ ਦੀ ਅਗਰ ਅਸੀਂ ਐਕਚੁਅਲ ਦੇ ਵਿੱਚ ਕਨਸੈਪਟ ਦੀ ਗੱਲ ਕਰਨੀ ਹੋਵੇ, ਕਦੋਂ ਹੁੰਦਾ ਆ? ਜਦੋਂ ਸਿਰਫ ਵੈਕਿਊਮ ਹੋਵੇ। ਵੈਕਿਊਮ ਦੇ ਅੰਦਰ ਬੱਚੇ ਏਅਰ ਨਹੀਂ ਹੁੰਦੀ। ਜੇ ਏਅਰ ਨਹੀਂ ਹੋਏਗੀ ਤਾਂ ਰੈਜ਼ਿਸਟੈਂਸ ਨਹੀਂ ਹੋਏਗੀ, ਰੈਜ਼ਿਸਟੈਂਸ ਨਹੀਂ ਹੋਏਗੀ ਤਾਂ ਰੋਕਣ ਦੀ ਕਪੈਸਿਟੀ ਉਹਦੇ ਵਿੱਚ ਹੋਏਗੀ ਨਹੀਂ। ਸੋ ਅਗਰ ਅਸੀਂ ਫਰੀਲੀ ਫਾਲ ਦੀ ਅਗਰ ਐਕਚੁਅਲ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਕਦੋਂ ਗੱਲ ਕਰਾਂਗੇ? ਜਦੋਂ ਉੱਥੇ ਵੈਕਿਊਮ ਹੋਏਗਾ, ਹਵਾ ਵੀ ਨਹੀਂ ਹੋਏਗੀ, ਉਹਨੂੰ ਵੈਕਿਊਮ ਬੋਲਦੇ ਹਾਂ। ਕਲੀਅਰ ਹੋ ਗਈ ਜੀ ਇੰਨੀ ਗੱਲ। ਸੋ ਬੱਚੇ ਅਗਰ ਤੁਹਾਨੂੰ YouTube ਦੇ ਉੱਪਰ, ਈਵਨ ਮੈਂ ਵੀ ਇੱਕ ਵੀਡੀਓ ਬਣਾਈ ਸੀਗੀ ਤਾਂ ਉਹਦੇ ਵਿੱਚ ਜਦੋਂ ਆਪਾਂ ਕੋਈ ਹਲਕਾ ਜਿਹਾ ਜਿਹੜਾ ਆ ਫੈਦਰ ਆ, ਖੰਭ ਆ, ਉਹਨੂੰ ਉੱਪਰੋਂ ਨੀਚੇ ਸੁੱਟਦੇ ਹਾਂ ਤਾਂ ਅਗਰ ਏਅਰ ਰੈਜ਼ਿਸਟੈਂਸ ਹੋਏਗੀ ਤਾਂ ਇੱਦਾਂ ਜ਼ਿਗਜ਼ੈਗ ਪਾਥ ਜਿੱਦਾਂ ਆ ਮੂਵ ਕਰਦਾ ਹੋਇਆ ਆਏਗਾ। ਅਗਰ ਤੁਸੀਂ ਇੱਕ ਜਿਹੜਾ ਆ ਖੰਭ ਲੈਂਦੇ ਆ ਜਾਂ ਫੈਦਰ ਲੈਂਦੇ ਆ, ਠੀਕ ਹੈ, ਅਗਰ ਤੁਸੀਂ ਉਹਨੂੰ ਵੈਕਿਊਮ ਦੇ ਅੰਦਰ ਸੁੱਟਦੇ ਆ ਤਾਂ ਉਹ ਬਹੁਤ ਸਮੂਥਲੀ ਨੀਚੇ ਨੂੰ ਮੂਵ ਕਰਦਾ ਹੁੰਦਾ ਆਉਂਦਾ ਆ ਅਤੇ ਬਹੁਤ ਕਹਿ ਲਓ ਕਿ ਦਿਖਦਾ ਹੋਇਆ, ਕਹਿ ਲਓ ਐਕਸਪੈਰੀਮੈਂਟ ਬਹੁਤ ਸੋਹਣਾ ਲੱਗਦਾ ਆ। ਸੋ ਇੱਕ ਵਾਰੀ ਬੱਚੇ ਹੈਗੀ ਤਾਂ ਐਕਸਟਰਾ ਨੌਲੇਜ ਵਾਲੀ ਚੀਜ਼ ਆ, ਬਟ ਕਾਫੀ ਇੰਟਰਸਟਿੰਗ ਆ। +1 ਦਾ ਇਹ ਕਨਸੈਪਟ ਬਹੁਤ ਜ਼ਿਆਦਾ ਇੰਟਰਸਟਿੰਗ ਆ। ਸੋ ਇੱਕ ਵਾਰੀ ਉਹ ਵੀਡੀਓ ਜ਼ਰੂਰ ਦੇਖਣਾ, ਮੈਂ ਲਿੰਕ ਦੇ ਵਿੱਚ ਤੁਹਾਨੂੰ ਉਹ ਦੇ ਦਾਂਗੀ ਰਾਜੇ। ਬਹੁਤ ਫਾਰ ਐਗਜ਼ਾਮਪਲ ਇਹਨਾਂ ਰਿਲੇਟਡ ਬੱਚੇ ਤੁਹਾਡੇ ਐਂਟਰੈਂਸ ਦੇ ਇਗਜ਼ਾਮ ਆ ਜਾਂਦੇ ਆ ਕਿ ਅਗਰ ਅਸੀਂ ਪਿਆਨੋ ਨੂੰ ਔਰ ਇੱਕ ਫੈਦਰ ਨੂੰ ਇੱਕੋ ਟਾਈਮ ਦੇ ਉੱਪਰ ਇੱਕ ਹਾਈਟ ਤੋਂ ਸੁੱਟਦੇ ਹਾਂ ਤਾਂ ਕੌਣ ਪਹਿਲਾਂ ਗਿਰੇਗਾ। ਸੋ ਬੱਚੇ ਅਗਰ ਤੁਹਾਨੂੰ ਇਹਦਾ ਕਮੈਂਟ, ਇਸ ਕੁਐਸਚਨ ਦਾ ਆਨਸਰ ਪਤਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣਾ ਕਿ ਅਗਰ ਅਸੀਂ ਇੱਕ ਪਿਆਨੋ ਔਰ ਇੱਕ ਫੈਦਰ ਨੂੰ ਇਕੱਠੇ ਸੁੱਟਦੇ ਹਾਂ ਤਾਂ ਪਹਿਲਾਂ ਆ ਕੇ ਕੌਣ ਗਿਰੇਗਾ। ਠੀਕ ਹੈ ਜੀ, ਚਲੋ ਨੈਕਸਟ ਆ ਜਾਓ। ਸੋ ਬੱਚੇ ਮੈਂ ਇਹਦਾ ਆਨਸਰ ਹਲੇ ਨਹੀਂ ਦੇ ਰਹੀ ਤਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ। ਸੋ ਇਹਦੇ ਨਾਲ ਰਿਲੇਟਡ ਬੱਚੇ ਵੀਡੀਓ ਜਿਹੜੀ ਆ ਮੈਂ ਆਲਰੇਡੀ ਅਪਲੋਡ ਕੀਤੀ ਹੋਈ ਆ, ਸੋ ਜ਼ਰੂਰ ਦੇਖਣਾ। ਨੈਕਸਟ ਆ ਜਾਓ ਵੇਟ ਆਫ ਅ ਬੋਡੀ। ਅਗਰ ਹੁਣ ਕਿਸੇ ਬੋਡੀ ਦਾ ਵੇਟ ਆ ਤਾਂ ਬੱਚੇ ਉਹ ਕੀ ਚੀਜ਼ ਹੋਏਗਾ? ਤਾਂ ਵੇਟ ਆਫ ਅ ਬੋਡੀ ਇਜ਼ ਅ ਗ੍ਰੈਵੀਟੇਸ਼ਨ ਫੋਰਸ ਵਿਦ ਵਿਚ ਬੋਡੀ ਇਜ਼ ਅਟਰੈਕਟ ਟੂਵਰਡਸ ਦ ਸੈਂਟਰ ਆਫ ਅਰਥ। ਜਦੋਂ ਕੋਈ ਬੋਡੀ ਧਰਤੀ ਦੇ ਸੈਂਟਰ ਵੱਲ ਖਿੱਚੀ ਜਾਂਦੀ ਆ ਉਸ ਗ੍ਰੈਵੀਟੇਸ਼ਨ ਫੋਰਸ ਦੀ ਵਜ੍ਹਾ ਨਾਲ, ਜੋ ਵੀ ਬੱਚੇ ਮਾਸ ਆ, ਗ੍ਰੈਵੀਟੇਸ਼ਨ ਦਾ ਇਫੈਕਟ ਆ, ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ? ਵੇਟ ਬੋਲ ਦਿੰਦੇ ਹਾਂ। ਇਟ ਇਜ਼ ਮੈਜਰਡ ਆਫ ਗ੍ਰੈਵੀਟੇਸ਼ਨ ਪੁੱਲ ਐਗਜ਼ਰਟਡ ਬਾਈ ਦ ਅਰਥ ਔਨ ਇਟ। ਐਕਚੁਅਲ ਦੇ ਵਿੱਚ ਧਰਤੀ ਤੁਹਾਨੂੰ ਜਿੰਨਾ ਆਪਣੇ ਵੱਲ ਖਿੱਚਦੀ ਆ, ਗ੍ਰੈਵੀਟੇਸ਼ਨ ਪੁੱਲ ਕਰਦੀ ਆ, ਉਹਨੂੰ ਮੈਜਰ ਕਰਨ ਨੂੰ ਹੀ ਅਸੀਂ ਵੇਟ ਬੋਲ ਦਿੰਦੇ ਹਾਂ। ਸੋ ਇਫ ਸਮਾਲ ਜੀ ਇਜ਼ ਅ ਵੈਲਿਊ ਆਫ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਐਟ ਐਨੀ ਪਲੇਸ ਦੈਨ ਦਾ ਬੋਡੀ ਆਫ ਮਾਸ m ਹੋਏਗਾ ਤਾਂ ਵੇਟ ਕਿੰਨਾ ਹੋਏਗਾ? ਵੇਟ ਇਜ਼ ਇਕੁਅਲਸ ਟੂ mg। ਬਿਕੋਜ਼ ਇਟ ਇਜ਼ ਅ ਵੈਕਟਰ ਕੁਆਂਟਿਟੀ ਦੈਟ ਇਜ਼ ਵਾਈ w ਦੇ ਉੱਪਰ ਵੈਕਟਰ ਲੱਗ ਗਿਆ ਔਰ g ਦੇ ਉੱਪਰ ਵੈਕਟਰ ਲੱਗ ਗਿਆ। ਸੋ ਅਸੀਂ ਲਿਖ ਦਿੱਤਾ ਕਿ ਵੇਟ ਇਜ਼ ਅ ਵੈਕਟਰ ਕੁਆਂਟਿਟੀ, its units and dimensions are the same as that of the force। ਸੋ ਬੱਚੇ ਦੇ ਯੂਨਿਟਸ ਔਰ ਡਿਮੈਂਸ਼ਨਸ ਸੇਮ ਹੀ ਰਹਿੰਦੇ ਆ ਜੋ ਕਿ ਫੋਰਸ ਦੇ ਹੁੰਦੇ ਆ, ਦੈਟ ਇਜ਼ mlt-2। ਐਂਡ ਬੱਚੇ ਯੂਨਿਟਸ ਕੀ ਆ? ਦੈਟ ਇਜ਼ ਨਿਊਟਨ, ਕਿਉਂਕਿ ਫੋਰਸ ਦੀ ਯੂਨਿਟ ਨਿਊਟਨ ਹੈ। ਸੋ ਨਿਊਟਨ ਨੂੰ ਅਸੀਂ kg ਵੇਟ ਦੇ ਨਾਲ ਵੀ ਮੈਜਰ ਕਰ ਸਕਦੇ ਹਾਂ, ਸੋ ਅਸੀਂ ਉਹ ਵੀ ਲਿਖ ਸਕਦੇ ਹਾਂ। ਕਲੀਅਰ ਹੋ ਗਿਆ ਜੀ। ਸੋ ਇਹ ਸਾਡੇ ਹਲਕੇ ਫੁਲਕੇ ਕਨਸੈਪਟ ਸੀ ਜੋ ਕਿ 1 ਮਾਰਕਸ ਦੇ ਵਿੱਚ ਜਾਂ ਟਰੂ ਫਾਲਸ ਦੇ ਵਿੱਚ ਤੁਹਾਨੂੰ ਪੁੱਛੇ ਜਾ ਸਕਦੇ ਆ, ਬਟ ਅਲੱਗ ਤੋਂ ਡੈਫੀਨੇਸ਼ਨ ਬਹੁਤ ਘੱਟ ਪੁੱਛੀ ਜਾਂਦੀ ਆ। ਬਟ ਇਹਦੇ ਵਿੱਚੋਂ ਬੱਚੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਇਜ਼ ਦ ਮੋਸਟ ਇੰਪੋਰਟੈਂਟ। ਇਹ ਅਲੱਗ ਤੋਂ ਬੱਚੇ 1 ਮਾਰਕਸ ਦੀ ਜਿਹੜੀ ਆ ਡੈਫੀਨੇਸ਼ਨ ਪੁੱਛੀ ਜਾ ਸਕਦੀ ਆ। ਬੱਚੇ ਨੈਕਸਟ ਇੰਪੋਰਟੈਂਟ ਟੌਪਿਕ 'ਤੇ ਆ ਜਾਓ, ਦੈਟ ਇਜ਼ ਨਿਊਟਨਸ ਲਾਅ ਆਫ ਗ੍ਰੈਵੀਟੇਸ਼ਨ। ਸੋ ਗ੍ਰੈਵੀਟੇਸ਼ਨ ਦਾ ਲਾਅ ਜਿਹੜਾ ਬੱਚੇ ਨਿਊਟਨਸ ਨੇ ਦਿੱਤਾ ਸੀ, ਜਿਨ੍ਹਾਂ ਨੇ ਡਿਸਕਵਰ ਕੀਤਾ 1665 ਦੇ ਵਿੱਚ। It was discovered by Newton in the year of 1665 on seeing the apple falling from the tree। Newton's law of gravitation, universal law of gravitation, ਜਾਂ ਤਾਂ ਬੱਚੇ ਨੂੰ Newton's law of gravitation ਵੀ ਬੋਲ ਦਿੰਦੇ ਆ ਜਾਂ ਫਿਰ ਅਸੀਂ universal law of gravitation ਵੀ ਬੋਲ ਦਿੰਦੇ ਆ, was first published in the book Princeps in 1687। ਠੀਕ ਹੈ ਜੀ। ਸੋ ਹਲਕੀ ਫੁਲਕੀ ਬੱਚੇ ਤੁਹਾਨੂੰ ਇੰਟਰੋਡਕਸ਼ਨ ਦੇ ਦਿੱਤੀ ਕਿ ਨਿਊਟਨਸ ਲਾਅ ਆਫ ਗ੍ਰੈਵੀਟੇਸ਼ਨ ਐਕਚੁਅਲ ਦੇ ਹੈ ਕੀ ਆ। ਕਈ ਵਾਰੀ ਬੱਚੇ MCQs ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਨਿਊਟਨਸ ਲਾਅ ਜਿਹੜਾ ਆ ਕਦੋਂ ਡਿਸਕਵਰ ਕੀਤਾ ਗਿਆ ਜਾਂ ਕਦੋਂ ਜਿਹੜਾ ਆ ਇਹਦੇ ਬਾਰੇ ਡਿਸਕਸ ਕੀਤਾ ਗਿਆ। ਸੋ ਯਾਦ ਰੱਖਣਾ ਬੱਚੇ, ਡਿਸਕਵਰ ਕੀਤਾ ਗਿਆ ਨਿਊਟਨਸ ਦੇ ਦੁਆਰਾ 1665 ਦੇ ਅੰਦਰ। ਬਟ ਐਕਚੁਅਲ ਦੇ ਵਿੱਚ ਇਹ ਜਿਹੜਾ ਗ੍ਰੈਵੀਟੇਸ਼ਨ ਲਾਅ ਆ, ਜਦੋਂ ਐਪਲ ਆ ਕੇ ਨਿਊਟਨ ਦੇ ਸਿਰ ਦੇ ਉੱਪਰ ਆ ਕੇ ਗਿਰਿਆ ਤਾਂ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਕਿ ਇਹ ਧਰਤੀ ਵੱਲ ਹੀ ਕਿਉਂ ਗਿਰਿਆ ਜਾਂ ਕਿੱਦਾਂ ਗਿਰਿਆ, ਕੀ ਹੋਇਆ ਜਾਂ
ਕੀ ਨਹੀਂ ਹੋਇਆ। ਸੋ ਗ੍ਰੈਵੀਟੇਸ਼ਨ ਫੋਰਸ ਮਤਲਬ ਗੁਰਤਾਕਰਸ਼ਣ ਬਲ ਜਦੋਂ ਉਹਨਾਂ ਨੇ ਇਹਨੂੰ ਫਾਈਂਡ ਆਊਟ ਕੀਤਾ ਤਾਂ ਬੱਚੇ 1687 ਦੇ ਅੰਦਰ ਜਿਹੜਾ ਆ ਗ੍ਰੈਵੀਟੇਸ਼ਨ ਲਾਅ ਜਾਂ ਯੂਨੀਵਰਸਲ ਲਾਅ ਆਫ ਗ੍ਰੈਵੀਟੇਸ਼ਨ ਪਹਿਲੀ ਵਾਰ ਜਿਹੜਾ ਆ ਬੁੱਕ ਦੇ ਅੰਦਰ ਪਬਲਿਸ਼ ਹੋ ਕੇ ਆਇਆ। ਕਲੀਅਰ ਹੋ ਗਿਆ। ਸੋ ਬੱਚੇ ਨੈਕਸਟ ਆ ਜਾਓ, ਹੁਣ ਆਪਾਂ ਇਹਦੀ ਜੋ ਡੈਫੀਨੇਸ਼ਨ ਤੋਂ ਸਟਾਰਟ ਕਰਦੇ ਹਾਂ। ਇਹਦਾ ਸਿਰਫ ਨੌਲੇਜ ਦੀ ਗੱਲ ਸੀ। ਇਟ ਸਟੇਟਸ ਦੈਟ ਐਵਰੀ ਬੋਡੀ ਇਨ ਦ ਯੂਨੀਵਰਸ ਅਟਰੈਕਟ ਐਵਰੀ ਅਦਰ ਬੋਡੀ ਵਿਦ ਅ ਫੋਰਸ। ਸੋ ਯੂਨੀਵਰਸ ਦੇ ਅੰਦਰ ਜਿਹੜੀ ਹਰ ਇੱਕ ਬੋਡੀ ਇੱਕ ਦੂਸਰੀ ਬੋਡੀ ਨੂੰ ਅਟਰੈਕਟ ਕਰਦੀ ਆ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਪ੍ਰੋਡਕਟ ਆਫ ਦੇਅਰ ਮਾਸਿਸ। ਸੋ ਬੱਚੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਦੇਅਰ ਪ੍ਰੋਡਕਟ ਆਫ ਦੇਅਰ ਮਾਸਿਸ। ਸੋ ਪਹਿਲੀ ਲਾਈਨ ਤੋਂ is directly proportional to the product of their masses। ਉੱਥੋਂ ਬੱਚੇ ਅਸੀਂ ਲਿਖ ਦਿੱਤਾ F ਜਿਹੜਾ ਆ ਡਾਇਰੈਕਟਲੀ ਪ੍ਰੋਪੋਰਸ਼ਨਲ ਆ m1 m2। ਬੱਚੇ m1 ਇੱਕ ਬੋਡੀ ਦਾ ਮਾਸ ਆ ਤੇ m2 ਦੂਸਰੀ ਬੋਡੀ ਦਾ ਮਾਸ ਆ। ਐਂਡ ਇਨਵਰਸਲੀ ਪ੍ਰੋਪੋਰਸ਼ਨਲ ਟੂ ਦ ਸਕੁਅਰ ਆਫ ਦ ਡਿਸਟੈਂਸ ਬਿਟਵੀਨ them। ਇਟ ਮੀਨਸ r is inversely proportional ਮਤਲਬ ਕਿ 1 over r square। So this is our equation number 1 and this is equation number 2. Now combine equation number 1 and 2. When we are combining equation number 1 and 2, we get F is directly proportional to m1 m2 divided by r square। So directly proportion ਦਾ sign ਹਟਾਤਾ ਬੱਚੇ, ਸਾਡੇ ਕੋਲ ਆ ਗਿਆ capital G, where capital G is a constant of proportionality। ਸੋ ਅਸੀਂ ਲਿਖ ਦਿੱਤਾ ਦਿਸ ਇਜ਼ ਅ ਕੌਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਇਜ਼ ਕਾਲਡ ਯੂਨੀਵਰਸਲ ਕੌਂਸਟੈਂਟ, ਜਿਹਨੂੰ ਕਿ ਅਸੀਂ ਯੂਨੀਵਰਸਲ ਕੌਂਸਟੈਂਟ ਕਹਿ ਦਿੰਦੇ ਹਾਂ। ਐਂਡ ਇਟਸ ਵੈਲਿਊ ਇਜ਼ 6.67 into 10⁻⁻11 ਨਿਊਟਨ ਮੀਟਰ ਸਕੁਅਰ ਪਰ kg ਸਕੁਅਰ। ਸੋ ਬੱਚੇ ਵੈਲਿਊ ਨੂੰ ਅੱਛੀ ਤਰੀਕੇ ਨਾਲ ਲਰਨ ਕਰ ਲੈਣਾ। ਦਿਸ ਇਜ਼ ਅ ਮੋਸਟ ਇੰਪੋਰਟੈਂਟ ਵੈਲਿਊ। ਹੋ ਸਕਦਾ ਬੱਚੇ ਕਦੇ MCQs ਫਿਲਿੰਗ ਦਾ ਬਲੈਂਕ ਟਰੂ ਫਾਲ ਜਾਂ 1 ਮਾਰਕਸ ਦੇ ਕੁਐਸਚਨ ਦੇ ਅੰਦਰ ਪੁੱਛ ਲਿਆ ਜਾਵੇ ਕਿ ਰਾਈਟ ਦ ਵੈਲਿਊ ਆਫ capital G is 6.67 into 10⁻⁻11 Newton meter square per kg square। Newton's law of gravitation is often known as universal law of gravitation। So universal law of gravitation ਮਤਲਬ ਕਿ ਧਰਤੀ ਦੇ ਕਿਸੇ ਵੀ ਕਾਰਨਰ ਦੇ ਵਿੱਚ ਚਲੇ ਜਾਓ, ਅਮਰੀਕਾ, ਕੈਨੇਡਾ, ਇੰਡੀਆ, ਪਾਕਿਸਤਾਨ, ਕਿਤੇ ਵੀ ਚਲੇ ਜਾਓ ਬੱਚੇ, ਜਿਹੜਾ ਆ ਨਿਊਟਨਸ ਲਾਅ ਆਫ ਗ੍ਰੈਵੀਟੇਸ਼ਨ ਜਿਹੜਾ ਆ ਉਹ ਯੂਨੀਵਰਸਲ ਮਤਲਬ ਕਿ ਯੂਨੀਵਰਸ ਦੇ ਹਰ ਇੱਕ ਕੋਨੇ ਵਿੱਚ ਸੇਮ ਰਹੇਗਾ। ਇਸ ਕਰਕੇ ਅਸੀਂ ਇਹਨੂੰ ਨਾਮ ਦੇ ਦਿੱਤਾ ਯੂਨੀਵਰਸਲ ਲਾਅ ਆਫ ਗ੍ਰੈਵੀਟੇਸ਼ਨ। ਨੈਕਸਟ ਬੱਚੇ SI ਯੂਨਿਟ, CGS ਯੂਨਿਟ ਔਰ ਡਿਮੈਂਸ਼ਨ ਫਾਰਮੂਲਾਸ ਤੁਹਾਡੇ ਟਿਪਸ ਤੇ ਲਰਨ ਹੋਣੇ ਚਾਹੀਦੇ ਆ। SI ਯੂਨਿਟ ਕੀ ਆ? ਨਿਊਟਨ ਮੀਟਰ ਸਕੁਅਰ ਪਰ kg ਸਕੁਅਰ। ਔਰ CGS ਦੇ ਵਿੱਚ ਬੱਚੇ ਨਿਊਟਨ ਨੂੰ ਡਾਈਨ ਦੇ ਵਿੱਚ, ਮੀਟਰ ਨੂੰ ਸੈਂਟੀਮੀਟਰ ਔਰ ਕਿਲੋਗ੍ਰਾਮ ਨੂੰ ਗ੍ਰਾਮਸ ਦੇ ਵਿੱਚ ਲਿਖਦੇ ਆ। SI ਯੂਨਿਟ ਲਰਨ ਹੋ ਜਾਏਗਾ ਤਾਂ CGS ਈਜ਼ੀਲੀ ਲਰਨ ਹੋ ਜਾਏਗਾ। ਦੈਨ ਡਿਮੈਂਸ਼ਨ ਫਾਰਮੂਲਾ ਬੱਚੇ ਤੁਹਾਡਾ ਕੀ ਆ? m-1 L³ T-2। ਸੋ ਇਹਦੇ ਨਾਲ ਰਿਲੇਟਡ ਬੱਚੇ ਅਸੀਂ ਇੱਕ ਨੂਮੈਰੀਕਲ ਡਿਸਕਸ ਕਰਦੇ ਹਾਂ। ਸੋ ਨੂਮੈਰੀਕਲ ਹੈ calculate the gravitation force of attraction between the earth and a 70 kg mass man if he is standing at a sea level a distance of 6.38 into 10⁻6 meter earth center। so ਧਿਆਨ ਨਾਲ ਦੇਖੋ ਬੱਚੇ, ਅਸੀਂ ਕੈਲਕੂਲੇਟ ਕਰਨੇ ਆ ਗ੍ਰੈਵੀਟੇਸ਼ਨ ਫੋਰਸ, ਮਤਲਬ ਗ੍ਰੈਵੀਟੇਸ਼ਨ ਫੋਰਸ ਤੁਹਾਡੇ ਕੋਲ ਕੀ ਆ? F is equals to G m1 m2 divided by r square। now what is the value of G? G ਬੱਚੇ ਤੁਹਾਡੇ ਕੋਲ ਕਿੰਨੀ ਆ? 6.673 into 10⁻⁻11। ਮਾਸ m1 ਬੱਚੇ ਧਰਤੀ ਦਾ ਮਾਸ ਕਿੰਨਾ ਆ? ਧਰਤੀ ਦਾ ਮਾਸ ਹੁੰਦਾ ਆ 5.98 into 10⁻24। ਅਗਰ ਤਾਂ ਗਿਵਨ ਆ ਤਾਂ ਵੈਲ ਐਂਡ ਗੁੱਡ ਆ, ਨਹੀਂ ਗਿਵਨ ਤਾਂ ਇਹਨੂੰ ਲਰਨ ਕਰ ਲਓ। ਯਾਦ ਹੋਣਾ ਚਾਹੀਦਾ ਬੱਚੇ ਧਰਤੀ ਦਾ ਮਾਸ ਜਿਹੜਾ ਆ ਇੰਨਾ ਹੁੰਦਾ। ਸਮਾਲ m ਮਤਲਬ ਕਿ ਪਰਸਨ ਦਾ ਮਾਸ ਕਿੰਨਾ ਗਿਵਨ ਆ ਸਾਨੂੰ? 70 kg ਡਿਵਾਈਡਡ ਬਾਈ r ਸਕੁਅਰ। r ਸਕੁਅਰ ਬੱਚੇ ਸਾਨੂੰ ਗਿਵਨ ਆ, ਜੇ ਗਿਵਨ ਆ ਤਾਂ ਵੀ ਠੀਕ ਆ, ਜੇ ਨਹੀਂ ਗਿਵਨ ਤਾਂ ਬੱਚੇ ਤੁਹਾਨੂੰ ਇਹ ਵੀ ਟਰਮ ਜਿਹੜੀ ਆ ਲਰਨ ਹੋਣੀ ਚਾਹੀਦੀ ਆ। ਧਰਤੀ ਦਾ ਜਿਹੜਾ ਆ ਉਹ ਰੇਡੀਅਸ ਇੰਨਾ ਹੁੰਦਾ। ਸੋ ਬੱਚੇ ਆ ਸਾਰੀ ਟਰਮ ਨੂੰ ਸੋਲਵ ਕਰੋ। ਫਾਈਨਲੀ ਵੀ ਗੈਟ 686 ਨਿਊਟਨ। ਸੋ ਦਿਸ ਇਜ਼ ਅ ਫਾਈਨਲ ਆਂਸਰ। ਡਨ। ਸੋ ਬੱਚੇ ਇੱਦਾਂ ਦੇ ਹਲਕੇ ਫੁਲਕੇ ਨੂਮੈਰੀਕਲਸ ਜਿਹੜੇ ਆ ਤੁਹਾਡੇ ਐਗਜ਼ਾਮ ਦੇ ਅੰਦਰ ਪੁੱਛੇ ਜਾ ਸਕਦੇ ਆ। ਸੋ ਇਹਨੂੰ ਅੱਛੀ ਤਰੀਕੇ ਨਾਲ ਲਰਨ ਕਰ ਲੈਣਾ। Numerical number 2 देखो, find the gravitation force। we have to find F exerted by the earth on the rock weighs 100 kilogram weight। so ਬੱਚੇ ਹੁਣ ਤੁਹਾਨੂੰ ਜਿਹੜਾ ਆ weight given ਹੈ, so that is 100। weight of the earth ਬੱਚੇ ਧਰਤੀ ਦਾ ਜੋ ਮਾਸ ਆ 6 into 10⁻24 ਹੈ। radius of earth ਜਿਹੜਾ 6.4 into 10⁻6 ਮੀਟਰ ਹੈ। ਔਰ small g ਦੀ ਵੈਲਿਊ ਸਾਨੂੰ given ਹੈ। ਸੋ ਬੱਚੇ F ਦੀ ਵੈਲਿਊ ਕਿੰਨੀ ਹੁੰਦੀ ਆ? F is equals to G m1 m2 divided by r square। ਸੋ ਇਹਨਾਂ ਨੇ ਇੱਕ ਧਰਤੀ ਦਾ ਮਾਸ me ਔਰ small m ਦੂਸਰਾ ਲਿਖ ਲਿਆ ਕਿ ਦੂਸਰੀ ਬੋਡੀ ਦਾ ਅਰਥ ਮਾਸ। ਸੋ ਬੱਚੇ ਹੁਣ ਦੇਖੋ
ਲਿਖਾਂਗੇ ਅਸੀਂ ਜੋ ਕੈਪੀਟਲ ਜੀ ਆ ਉਹਦੀ ਵੈਲਿਊ ਕਿੰਨੀ ਆ 6.67 ਇੰਟੂ 10⁻⁻11। ਸੋ ਬੱਚੇ 10⁻⁻11 ਇੱਥੇ ਲਿਖ ਲਿਆ। ਜੋ ਤੁਹਾਡੀ ਐਮ ਈ ਮਤਲਬ ਕਿ ਧਰਤੀ ਦਾ ਮਾਸ ਆ ਦੈਟ ਇਜ਼ 6.6 ਇੰਟੂ 10⁻24 ਐਸ ਸੱਚ ਲਿਖ ਦਿੱਤਾ। ਸਮੋਲ ਐਮ ਮਤਲਬ ਕਿ ਵੇਟ ਆਫ ਰੌਕ ਕਿੰਨਾ ਆ ਸਾਨੂੰ 100। ਸੋ 100 ਬੱਚੇ ਇੱਥੇ ਲਿਖ ਦਿੱਤਾ। ਸੋ ਇਹਨੂੰ ਸੋਲਵ ਕਰਕੇ ਦੇਖ ਲਓ। 6.67 ਬੱਚੇ ਐਸ ਸੱਚ ਇੰਟੂ 10⁻11 ਐਸ ਸੱਚ। ਦੈਨ 6 ਨੂੰ ਬੱਚੇ ਐਸ ਸੱਚ ਲਿਖ ਦਿੱਤਾ। 24 ਹੈ 24 'ਚ 2 ਜ਼ੀਰੋਜ਼ ਐਡ ਕੀਤੀਆਂ ਤਾਂ 26 ਆ ਗਿਆ। ਨੈਕਸਟ ਇਹਨੂੰ ਬੱਚੇ ਸੋਲਵ ਕੀਤਾ, ਸਾਰੀ ਕੈਲਕੂਲੇਸ਼ਨ ਸੋਲਵ ਕਰਕੇ ਦੇਖ ਲਓ ਬੱਚੇ 977.1 ਨਿਊਟਨ ਜਿਹੜਾ ਤੁਹਾਡਾ ਆਨਸਰ ਆ ਜਾਏਗਾ। ਸੋ ਥਰਡ ਕੁਐਸਚਨ ਦੇਖੋ। ਸੋ ਬੱਚੇ ਥਰਡ ਕੁਐਸਚਨ ਦੇਖੋ, ਕੈਲਕੂਲੇਟ ਦ ਫੋਰਸ ਐਕਜ਼ਰਟਿਡ ਬਾਈ ਦ ਅਰਥ ਔਨ ਦ ਮੂਨ। ਅਗੇਨ ਬੱਚੇ ਅਸੀਂ ਫੋਰਸ ਪਤਾ ਕਰਨਾ। ਗਿਵਨ ਮਾਸ ਆਫ ਅਰਥ ਗਿਵਨ ਹੈ, ਮੂਨ ਬੱਚੇ ਗਿਵਨ ਹੈ, ਮੂਨ ਦਾ ਮਾਸ ਗਿਵਨ ਹੈ, ਡਿਸਟੈਂਸ ਬਿਟਵੀਨ ਦ ਮੂਨ ਐਂਡ ਅਰਥ ਜਿਹੜਾ ਆ ਸਾਨੂੰ ਗਿਵਨ ਹੈ। ਬੱਚੇ ਸਾਰਾ ਕੁਛ ਹੀ ਤੁਹਾਨੂੰ ਗਿਵਨ ਹੈ, ਤੁਸੀਂ ਸਿਰਫ ਐਫ ਦੀ ਵੈਲਿਊ ਪੁੱਟ ਕਰਨੀ ਆ। ਸੋ ਐਫ ਕਿੰਨਾ ਆਏਗਾ ਜੀ m1 m2 ਡਿਵਾਈਡਡ ਬਾਈ ਆਰ ਸਕੇਅਰ, ਜਾਂ ਧਰਤੀ ਦਾ ਮਾਸ ਮਲਟੀਪਲਾਈ ਬਾਈ ਅਰਥ ਦਾ ਮਾਸ। ਸੋ ਵੈਲਿਊਜ਼ ਬੱਚੇ ਕੱਲੀ ਕੱਲੀ ਦੀ ਪੁੱਟ ਕਰ ਦਿਓ, ਜਸਟ ਸੋਲਵ ਕਰਨਾ ਆ ਔਰ ਤੁਸੀਂ ਆਪਣਾ ਆਨਸਰ ਜਿਹੜਾ ਆ ਸੋਲਵ ਕਰਕੇ ਦੇਖ ਲੈਣਾ। ਸੋ ਇੱਦਾਂ ਦੇ ਬੱਚੇ ਸਿੰਪਲ ਨੂਮੈਰੀਕਲਸ ਇਹਦੇ ਨਾਲ ਰਿਲੇਟਡ ਆ ਸਕਦੇ ਆ। ਸੋ ਬੱਚੇ ਹਰ ਇੱਕ ਤਰ੍ਹਾਂ ਦੇ ਇਸ ਤਰੀਕੇ ਦੇ ਜਿਹੜੇ ਨੂਮੈਰੀਕਲ ਤੁਸੀਂ ਇੱਕ ਦੋ ਵਾਰੀ ਟਰਾਈ ਕਰਕੇ ਜ਼ਰੂਰ ਦੇਖਣਾ। ਸੋ ਬੱਚੇ 3 ਨੂਮੈਰੀਕਲਸ ਇਹਦੇ ਨਾਲ ਦੀ ਕਰਵਾ ਦਿੱਤੇ। ਸੋ ਅਸੀਂ ਨੈਕਸਟ ਕਰਦੇ ਹਾਂ ਇੰਪੋਰਟੈਂਟ ਕਰੈਕਟਰਿਸਟਿਕਸ ਆਫ ਗ੍ਰੈਵੀਟੇਸ਼ਨ ਫੋਰਸ। ਸੋ ਦਿਸ ਇਜ਼ ਦ ਲਾਸਟ ਟੋਪਿਕ ਆਫ ਦਿਸ ਵੀਡੀਓ। ਦੈਨ ਵੀਡੀਓ ਨੂੰ ਜਾਂਦੇ ਹੋਏ ਲਾਈਕ ਕਰ ਜਾਣਾ, ਮੈਕਸਿਮਮ ਸ਼ੇਅਰ ਕਰ ਜਾਣਾ। ਬੱਚੇ ਪਲੀਜ਼ ਆਪਣੀ ਫਰੈਂਡ ਸਰਕਲ ਤੱਕ ਜਿਹੜੀ ਆ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ। ਕਾਫੀ ਬੱਚੇ ਇੱਦਾਂ ਦੇ ਸਟੂਡੈਂਟ ਮੈਸੇਜ ਕਰਦੇ ਆ ਕਿ ਮੈਮ ਤੁਹਾਨੂੰ ਚੈਨਲ ਹੀ ਤੁਹਾਡਾ ਜਿਹੜਾ 1-2 ਦਿਨ ਪਹਿਲਾਂ ਮਿਲਿਆ, ਐਗਜ਼ਾਮ ਤੋਂ 1-2 ਦਿਨ ਪਹਿਲਾਂ ਮਿਲਿਆ। ਸੋ ਬੱਚੇ ਪਲੀਜ਼ ਆਪਣੇ ਨਾਲ ਦੇ ਫਰੈਂਡ ਸਰਕਲ ਨੂੰ ਜਾਂ ਜੋ ਵੀ ਤੁਹਾਨੂੰ ਜਾਣਦੇ ਆ ਮੈਡੀਕਲ ਦੇ ਅੰਦਰ, ਉਹਨਾਂ ਨਾਲ ਜਿਹੜਾ ਚੈਨਲ ਆ ਉਹ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਨੈਕਸਟ ਆ ਜੋ ਇੰਪੋਰਟੈਂਟ ਕਰੈਕਟਰਿਸਟਿਕਸ ਆ ਬੱਚੇ ਗ੍ਰੈਵੀਟੇਸ਼ਨ ਫੋਰਸ ਦੇ। ਦਿਸ ਫੋਰਸ ਇਜ਼ ਇੰਡੀਪੈਂਡੈਂਟ ਆਫ ਨੇਚਰ ਆਫ ਇੰਟਰਵਿੰਗ ਮੀਡੀਅਮ। ਸੋ ਬੱਚੇ ਫੋਰਸ ਆਫ ਜਿਹੜਾ ਆ ਇੰਡੀਪੈਂਡੈਂਟ ਹੁੰਦਾ ਆ। ਦ ਗ੍ਰੈਵੀਟੇਸ਼ਨ ਫੋਰਸ ਬਿਟਵੀਨ ਟੂ ਬੋਡੀਜ਼ ਇਜ਼ ਕੰਜ਼ਰਵੇਟਿਵ ਫੋਰਸ। ਬੱਚੇ ਸੈਕੰਡ ਜੋ ਪੁਆਇੰਟ ਹੈ ਦਿਸ ਇਜ਼ ਦ ਮੋਸਟ ਇੰਪੋਰਟੈਂਟ। ਇਹਦੇ ਨਾਲ ਦੇ MCQs ਕਾਫੀ ਬਣ ਜਾਂਦੇ ਆ ਜਾਂ 1 ਮਾਰਕਸ ਦਾ ਕੁਐਸਚਨ ਬਣ ਜਾਂਦੇ ਆ ਕਿ ਜਿਹੜੀ ਗ੍ਰੈਵੀਟੇਸ਼ਨ ਫੋਰਸ ਆ ਦੋ ਬੋਡੀਜ਼ ਦੇ ਵਿਚਕਾਰ ਉਹ ਕੰਜ਼ਰਵੇਟਿਵ ਫੋਰਸ ਹੁੰਦੀ ਆ। ਕੰਜ਼ਰਵੇਟਿਵ ਮਤਲਬ ਕਿ ਉਹ ਕੰਜ਼ਰਵ ਰਹਿੰਦੀ ਆ। ਨੈਕਸਟ ਦੇਖੋ, ਗ੍ਰੈਵੀਟੇਸ਼ਨ ਫੋਰਸ ਬਿਟਵੀਨ ਟੂ ਬੋਡੀਜ਼ ਇਜ਼ ਅ ਸੈਂਟਰਲ ਫੋਰਸ। ਸੈਂਟਰ ਮਤਲਬ ਧਰਤੀ ਦੇ ਬਿਲਕੁਲ ਸੈਂਟਰ ਦੇ ਅੰਦਰ ਹੁੰਦੀ ਹੈ, ਲੱਗਦੀ ਹੈ, ਇਸ ਕਰਕੇ ਇਹਨੂੰ ਸੈਂਟਰਲ ਫੋਰਸ ਕਹਿ ਦਿੰਦੇ ਆ। ਕਿ 2 ਪੁਆਇੰਟਸ ਆ ਬੱਚੇ, 2 ਪੁਆਇੰਟਸ ਦੇ ਜਿਹੜੀ ਆ ਇੱਕ ਦੂਸਰੇ ਨੂੰ ਅਟਰੈਕਟ ਕਰਦੀ ਹੈ ਤਾਂ ਵੀ ਉਹਦਾ ਕੋਈ ਨਾ ਕੋਈ ਸੈਂਟਰ ਹੋਏਗਾ। ਸੋ ਸੈਂਟਰਲ ਫੋਰਸ ਕਿਹਾ ਜਾਂਦਾ ਆ ਐਜ਼ ਇਟ ਐਕਟ ਅਲੋਂਗ ਦ ਲਾਈਨ ਜੁਆਇਨਿੰਗ ਸੈਂਟਰ ਆਫ ਦ ਟੂ ਬੋਡੀਜ਼। ਦੋ ਬੋਡੀਜ਼ ਦੇ ਲਾਈਨ ਦੇ ਬਿਲਕੁਲ ਸੈਂਟਰ ਦੇ ਅੰਦਰ ਲਾਈ ਕਰਦੀ ਆ। ਦ ਗ੍ਰੈਵੀਟੇਸ਼ਨ ਫੋਰਸ ਬਿਟਵੀਨ ਟੂ ਬੋਡੀਜ਼ ਇਜ਼ ਇੰਡੀਪੈਂਡੈਂਟ ਆਫ ਦ ਪ੍ਰੈਜ਼ੈਂਸ ਆਫ ਅਦਰ ਬੋਡੀ। ਸੋ ਗ੍ਰੈਵੀਟੇਸ਼ਨ ਫੋਰਸ ਕਹਿੰਦੇ ਦੋ ਬੋਡੀਜ਼ ਜਿਹੜੀਆਂ ਇੰਡੀਪੈਂਡੈਂਟ ਹੁੰਦੀਆਂ ਆ ਤਾਂ ਡਿਪੈਂਡ ਨਹੀਂ ਕਰਦੀ ਪ੍ਰੈਜ਼ੈਂਸ ਆਫ ਅਦਰ ਬੋਡੀ। ਦ ਲਾਅ ਆਫ ਗ੍ਰੈਵੀਟੇਸ਼ਨ ਸਟ੍ਰਿਕਟਲੀ ਹੋਲਡ ਫॉर ਪੁਆਇੰਟ ਮਾਸਿਸ। ਪੁਆਇੰਟ ਮਾਸਿਸ ਦੇ ਬੱਚੇ ਜ਼ਿਆਦਾ ਸਟ੍ਰਿਕਟਲੀ ਹੋਲਡ ਕਰਦਾ ਆ, ਜ਼ਿਆਦਾ ਗੁੱਡ ਵੇ ਨਾਲ ਮਤਲਬ ਕਹਿ ਲਓ ਅਪਲਾਈ ਕੀਤਾ ਜਾ ਸਕਦਾ ਆ। ਦ ਗ੍ਰੈਵੀਟੇਸ਼ਨ ਫੋਰਸ ਬਿਟਵੀਨ ਟੂ ਬੋਡੀਜ਼ ਇਜ਼ ਇਕੁਅਲ ਟੂ ਦ ਮੈਗਨੀਟਿਊਡ। ਬੱਚੇ ਮੈਗਨੀਟਿਊਡ ਦੇ ਇਕੁਅਲ ਹੁੰਦਾ ਬਟ ਆਪੋਜ਼ਿਟ ਇਨ ਡਾਇਰੈਕਸ਼ਨ, ਸੋ ਦੈਟ ਦ ਗ੍ਰੈਵੀਟੇਸ਼ਨ ਫੋਰਸ obeys Newton's third law। ਥਰਡ ਲਾਅ ਬੱਚੇ ਨਿਊਟਨਸ ਦਾ ਕੀ ਕਹਿੰਦਾ, ਦੇਅਰ ਇਜ਼ ਐਨ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਸੋ ਤਾਂ ਕਿ ਉਹਨੂੰ ਬੈਲੈਂਸ ਕਰ ਸਕੇ। ਗ੍ਰੈਵੀਟੇਸ਼ਨ ਫੋਰਸ ਇਜ਼ ਨਿਗਲੀਜੀਬਲ। ਨਿਗਲੀਜੀਬਲ ਮਤਲਬ ਨਾ ਮਾਤਰ ਹੁੰਦੀ ਹੈ ਇਨ ਕੇਸ ਆਫ ਲਾਈਟ ਬੋਡੀਜ਼ ਬਟ ਬਿਕਮਸ ਐਪਲੀਕੇਬਲ ਇਨ ਕੇਸ ਆਫ ਮੈਸਿਵ ਬੋਡੀਜ਼ ਲਾਈਕ ਸਟਾਰ, ਪਲੈਨਟ ਐਕਸੈਕਟਰਾ। ਜਿਹੜੀਆਂ ਲਾਈਟ ਬੋਡੀਜ਼ ਹੁੰਦੀਆਂ ਬੱਚੇ ਉਹਨਾਂ 'ਤੇ ਜਿਹੜਾ ਆ ਗ੍ਰੈਵੀਟੇਸ਼ਨ ਫੋਰਸ ਇੱਕ ਤਰ੍ਹਾਂ ਦਾ ਨਿਗਲੀਜੀਬਲ ਹੁੰਦਾ। ਫੋਰ ਐਗਜ਼ਾਮਪਲ ਤੁਸੀਂ ਆਪਣੇ ਰੂਮ ਦੇ ਅੰਦਰ ਕਦੇ ਡਸਟ ਪਾਰਟੀਕਲਸ ਦੇਖਿਆ? ਜਿੱਦਾਂ ਹਲਕੀ ਜਿਹੀ ਤੁਹਾਡੇ ਰੂਮ ਦੇ ਮੰਨ ਲਓ ਤੁਹਾਡੇ ਰੂਮ ਦੇ ਅੰਦਰ ਹਨੇਰਾ ਆ ਅਤੇ ਹਲਕੀ ਜਿਹੀ ਬਾਹਰੋਂ ਕੋਈ ਸੂਰਜ ਦੀ ਰੋਸ਼ਨੀ ਆ ਰਹੀ ਹੈ ਕਿਸੇ ਪਰਟੀਕੂਲਰ ਹੋਲ ਦੇ ਅੰਦਰ ਜਾਂ ਫਿਰ ਖਿੜਕੀ ਖੋਲ੍ਹਦੇ ਆ ਤਾਂ ਉਹਦੇ ਅੰਦਰੋਂ ਆਉਂਦੀ ਹੈ ਤਾਂ ਤੁਸੀਂ ਦੇਖੋਗੇ ਤੁਹਾਡੇ ਰੂਮ ਦੇ ਅੰਦਰ ਜਿਹੜੇ ਆ ਛੋਟੇ ਛੋਟੇ ਮਿੱਟੀ ਦੇ ਪਾਰਟੀਕਲਸ ਹੁੰਦੇ ਆ ਜਿਹੜੇ ਉੱਡਦੇ ਆ ਤਾਂ ਤੁਸੀਂ ਫੂਕ ਮਾਰਦੇ ਆ ਤਾਂ ਉਹ ਇੱਧਰ ਉੱਧਰ ਭੱਜਣ ਲੱਗ ਜਾਂਦੇ ਆ। ਇੰਨੇ ਜ਼ਿਆਦਾ ਛੋਟੇ ਛੋਟੇ ਉਹ ਕਣ ਹੁੰਦੇ ਆ ਕਿ ਉਹਨਾਂ 'ਤੇ ਗ੍ਰੈਵੀਟੇਸ਼ਨ ਫੋਰਸ ਦਾ ਇਫੈਕਟ ਨਹੀਂ ਪੈਂਦਾ। ਕਲੀਅਰ ਹੋ ਗਈ ਜੀ। ਸੋ ਉੱਥੇ ਨਿਗਲੀਜੀਬਲ ਹੋ ਜਾਂਦੀ ਆ। ਡਨ। ਸੋ ਬੱਚੇ ਸਾਡੀ ਵੀਡੀਓ ਦਾ ਲਾਸਟ ਟੋਪਿਕ ਸੀ। ਸੋ ਆਈ ਹੋਪ ਤੁਹਾਨੂੰ ਸਾਰੇ ਬੱਚੇ ਆਰਟੀਕਲਸ ਜਿਹੜੇ ਆ ਛੋਟੇ ਛੋਟੇ ਆਰਟੀਕਲਸ ਆ, ਇਹਦੇ ਵਿੱਚੋਂ ਕੋਈ ਵੀ ਆਰਟੀਕਲ ਬੱਚੇ ਲੌਂਗ ਨਹੀਂ ਬਣ ਸਕਦਾ, 3 ਮਾਰਕਸ ਦਾ ਨਹੀਂ ਬਣ ਸਕਦਾ। ਇਹਦੇ ਵਿੱਚੋਂ 1 ਮਾਰਕਸ ਦੇ ਕੁਐਸਚਨਸ ਹੀ ਬਣ ਸਕਦੇ ਆ ਇਸ ਪੂਰੇ ਲੈਕਚਰ ਦੇ ਅੰਦਰੋਂ। ਠੀਕ ਹੈ ਜੀ। ਸੋ ਆਲ ਦਾ ਬੈਸਟ ਫॉर द ਬੱਚੇ ਐਗਜ਼ਾਮ।
ਸੋ ਨੈਕਸਟ ਮਿਲਦੇ ਹਾਂ ਬੱਚੇ ਨੈਕਸਟ ਵੀਡੀਓ ਦੇ ਨਾਲ। ਸੋ ਡੈਫਥ ਔਰ ਹਾਈਟ ਵਾਲਾ ਟੌਪਿਕ ਜਿਹੜਾ ਆ ਆਲਰੇਡੀ ਬੱਚੇ YouTube ਦੇ ਉੱਪਰ ਪਿਆ ਆ, ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਆ। ਸੋ ਉਹ ਟੌਪਿਕ ਇਸ ਤੋਂ ਬਾਅਦ ਆਉਣਗੇ। ਸੋ ਇਹ ਬੱਚੇ ਤੁਹਾਡੀ ਵੀਡੀਓ ਦਾ, ਤੁਹਾਡੇ ਯੂਨਿਟ ਦਾ ਫਸਟ ਲੈਕਚਰ ਸੀ। ਸੋ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਜਾਣਾ, ਸ਼ੇਅਰ ਕਰ ਜਾਣਾ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮਚ।